सत श्री अकाल दोस्तों, मेरा नाम है लखवीर सिंह ਤੇ ਤੁਸੀਂ ਦੇਖ ਰਹੇ ਹੋ 3D ਪੰਜਾਬੀ। ਇੱਥੇ ਆਪਾਂ ਗੱਲਾਂ ਕਰਦੇ ਹਾਂ ਇਮਾਰਤਾਂ ਦੇ ਬਾਰੇ ਤੇ ਉਹਨਾਂ ਦੇ ਬਾਰੇ ਲੈਂਦੇ ਹਾਂ ਕੁਝ ਤਕਨੀਕੀ ਜਾਣਕਾਰੀ। ਲਓ ਜੀ, ਫਿਰ ਨਵੀਂ ਇਨਫੋਰਮੇਸ਼ਨ ਜਾਣਨ ਦੇ ਲਈ ਵੀਡੀਓ ਨੂੰ ਅੱਗੇ ਦੇਖੋ। ਅੱਜ ਅਸੀਂ ਬਿਲਡਿੰਗ ਬਾਏ ਲਾਅ ਦੇ 12ਵੇਂ ਚੈਪਟਰ ਬਾਰੇ ਗੱਲ ਕਰਾਂਗੇ। ਇਸ ਚੈਪਟਰ ਦੇ ਵਿੱਚ ਇਹਨਾਂ ਨੇ ਫਾਇਰ ਪ੍ਰੋਟੈਕਸ਼ਨ ਐਂਡ ਫਾਇਰ ਸੇਫਟੀ ਰਿਕੁਆਇਰਮੈਂਟਸ ਦੀ ਗੱਲ ਕੀਤੀ ਹੈ। 12.1 ਦੇ ਵਿੱਚ ਇਹਨਾਂ ਨੇ ਸਕੋਪ ਬਾਰੇ ਦੱਸਿਆ। ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਵੀ ਜਿਹੜੇ ਫਾਇਰ ਪ੍ਰੋਟੈਕਸ਼ਨ ਅਤੇ ਸੇਫਟੀ ਰਿਕੁਆਇਰਮੈਂਟਸ ਦੇ ਰੂਲਸ ਨੇ ਉਹ ਕਿੱਥੇ ਕਿੱਥੇ ਲਾਗੂ ਹੁੰਦੇ ਨੇ। ਇੱਕ ਤਾਂ ਇਹਨਾਂ ਨੇ ਕਿਹਾ ਮਲਟੀ ਸਟੋਰੀਡ ਬਿਲਡਿੰਗਸ ਅਤੇ ਉਹ ਬਿਲਡਿੰਗਾਂ ਜਿਨ੍ਹਾਂ ਦੀ ਹਾਈਟ 15 ਮੀਟਰ ਆ ਜਾਂ ਉਸ ਤੋਂ ਵੱਧ ਆ। ਕੁਝ ਹੋਰ ਬਿਲਡਿੰਗਾਂ ਜਿਵੇਂ ਕਿ ਅਸੈਂਬਲੀ, ਇੰਸਟੀਟਿਊਸ਼ਨਲ, ਐਜੂਕੇਸ਼ਨਲ ਜਿਹੜੀ 2 ਮੰਜ਼ਿਲਾਂ ਤੋਂ ਵੱਡੀ ਹੋਵੇ ਅਤੇ ਉਹਦਾ ਏਰੀਆ 1000 ਸਕੁਅਰ ਮੀਟਰ ਤੋਂ ਵੱਧ ਹੋਵੇ। ਬਿਜ਼ਨਸ ਜਿਹਦਾ ਪਲਾਟ ਏਰੀਆ 500 ਸਕੁਅਰ ਮੀਟਰ ਤੋਂ ਵੱਧ ਹੋਵੇ। ਮਰਚੈਂਟਾਈਲ ਜਿਹਦਾ ਜਿਹੜਾ ਕਵਰਡ ਏਰੀਆ ਉਹ 750 ਸਕੁਅਰ ਮੀਟਰ ਤੋਂ ਵੱਧ ਹੋਵੇ। ਹੋਟਲ, ਹਸਪਤਾਲ, ਨਰਸਿੰਗ ਹੋਮਸ, ਅੰਡਰਗਰਾਊਂਡ ਕੰਪਲੈਕਸ, ਇੰਡਸਟਰੀਅਲ ਸਟੋਰੇਜ, ਮੀਟਿੰਗ ਤੇ ਬੈਨਕੁਏਟ ਹਾਲ ਤੇ ਹਜ਼ਾਰਡਸ ਆਕੂਪੈਂਸੀਜ਼, ਇਹਨਾਂ ਸਾਰੀਆਂ ਬਿਲਡਿੰਗਾਂ ਦੇ ਉੱਤੇ ਵੀ ਇਹ ਕਾਨੂੰਨ ਲਾਗੂ ਹੁੰਦੇ ਨੇ। 12.2 ਦੇ ਵਿੱਚ ਇਹਨਾਂ ਨੇ ਪ੍ਰੋਸੀਜਰ ਫਾਰ ਕਲੀਅਰੈਂਸ ਫਰੋਮ ਫਾਇਰ ਸਰਵਿਸ ਦੀ ਗੱਲ ਕੀਤੀ ਆ। 12.2.1 ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਬਿਲਡਿੰਗਾਂ ਉੱਪਰ ਲਿਖੀਆਂ ਹੋਈਆਂ ਨੇ ਉਹਨਾਂ ਬਿਲਡਿੰਗਾਂ ਦੇ ਜਿਹੜੇ ਪਲਾਨ ਨੇ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਫਾਇਰ ਆਫੀਸਰ ਦੇ ਕੋਲ ਕਲੀਅਰੈਂਸ ਵਾਸਤੇ ਭੇਜੂਗੀ। 12.2.2 ਦੇ ਵਿੱਚ ਇਹਨਾਂ ਨੇ ਲਿਖਿਆ ਵੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ ਉਹ ਜਿਹੜੇ ਪਲਾਨਸ ਨੇ ਉਹਨਾਂ ਨੂੰ ਮਾਸਟਰ ਪਲਾਨ ਜਾਂ ਜ਼ੋਨਿੰਗ ਪਲਾਨ ਦੇ ਵਗੈਰਾ ਦੇ ਨਾਲ ਮੈਚ ਕਰਕੇ ਉਹਦੇ ਹਿਸਾਬ ਨਾਲ ਦੇਖ ਕੇ ਉਸ ਤੋਂ ਬਾਅਦ ਉਹਦੇ 3 ਸੈੱਟ ਫਾਇਰ ਆਫੀਸਰ ਕੋਲ ਭੇਜੂਗੀ। 12.2.3 ਦੇ ਵਿੱਚ ਇਹਨਾਂ ਨੇ ਲਿਖਿਆ ਵੀ ਜਿਹੜੇ ਸਾਰੇ ਪਲਾਨਸ ਨੇ ਉਹਨਾਂ ਦੇ ਉੱਪਰ ਫਾਇਰ ਪ੍ਰੋਟੈਕਸ਼ਨ ਜਿਹੜੀ ਅਰੇਂਜਮੈਂਟ ਆ ਉਹ ਕਲੀਅਰਲੀ ਮਾਰਕ ਹੋਣੀ ਚਾਹੀਦੀ ਆ ਤੇ ਐਕਸੈਸ ਅਤੇ ਐਸਕੇਪ ਦੇ ਜਿਹੜੇ ਰੂਟਸ ਨੇ ਉਹ ਵੀ ਉਹਦੇ ਤੇ ਚੰਗੀ ਤਰ੍ਹਾਂ ਮਾਰਕ ਹੋਣੇ ਚਾਹੀਦੇ ਨੇ। ਸੂਟੇਬਲ ਲੈਂਜਡ ਲੱਗਿਆ ਹੋਣਾ ਚਾਹੀਦਾ। ਸਟੈਂਡਰਡਸ ਸਾਈਨ ਅਤੇ ਸਿੰਬਲਸ ਯੂਜ਼ ਕੀਤੇ ਹੋਣੇ ਚਾਹੀਦੇ ਨੇ। ਜਿਹੜੇ ਪਲਾਨਸ ਨੇ ਉਹ ਫਾਇਰ ਕੰਸਲਟੈਂਟ ਜਾਂ ਆਰਕੀਟੈਕਟ ਦੇ ਦੁਆਰਾ ਸਾਈਨ ਕੀਤੇ ਹੋਏ ਹੋਣੇ ਚਾਹੀਦੇ ਨੇ ਤੇ ਫਾਇਰ ਸੇਫਟੀ ਮੇਜਰਸ ਦੇ ਬਾਰੇ ਸਾਰੀ ਇਨਫੋਰਮੇਸ਼ਨ ਉਹਦੇ ਉੱਤੇ ਲਿਖੀ ਹੋਣੀ ਚਾਹੀਦੀ। 12.2.4 ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜਾ ਚੀਫ ਫਾਇਰ ਆਫੀਸਰ ਆ ਉਹ ਇਹਨਾਂ ਪਲਾਨਸ ਨੂੰ ਚੰਗੀ ਤਰ੍ਹਾਂ ਨਾਲ ਦੇਖੂਗਾ, ਚੈੱਕ ਕਰੂਗਾ ਤੇ ਉਸ ਤੋਂ ਬਾਅਦ ਉਹਦੇ 2 ਸੈੱਟਾਂ ਉੱਤੇ ਸਾਈਨ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਵਾਪਸ ਕਰ ਦੂਗਾ ਤਾਂ ਕਿ ਜਿਹੜੇ ਫਾਇਰ ਇੰਸਟਾਲੇਸ਼ਨ ਆ ਉਹਨੂੰ ਉੱਥੇ ਅਪਲਾਈ ਕੀਤਾ ਜਾ ਸਕੇ ਸਾਈਟ ਦੇ ਉੱਤੇ। ਜਿਹੜੀ ਸਾਰੀ ਫਾਇਰ ਫਾਈਟਿੰਗ ਇੰਸਟਾਲੇਸ਼ਨ ਆ ਉਹਦੇ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਓਨਰ ਆ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਥਰੂ ਜਿਹੜਾ ਚੀਫ ਫਾਇਰ ਆਫੀਸਰ ਆ ਉਹਨੂੰ ਅਪਰੋਚ ਕਰੂਗਾ ਅਤੇ ਉਹਦੇ ਤੋਂ ਫਾਇਰ ਸੇਫਟੀ ਅਤੇ ਮੀਨਸ ਆਫ ਐਸਕੇਪ ਦਾ ਕਲੀਅਰੈਂਸ ਲਊਗਾ। ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ ਉਹ ਫਾਇਰ ਆਫੀਸਰ ਦੇ ਕਲੀਅਰੈਂਸ ਤੋਂ ਬਾਅਦ ਹੀ ਜਿਹੜਾ ਕੰਪਲੀਸ਼ਨ ਸਰਟੀਫਿਕੇਟ ਆ ਉਹ ਇਸ਼ੂ ਕਰੂਗੀ। 12.2.6 ਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਵੀ ਜਿਹੜਾ ਚੀਫ ਫਾਇਰ ਆਫੀਸਰ ਆ ਉਹ ਇਹ ਸਾਰਾ ਕੁਝ ਦੇਖੂਗਾ ਵੀ ਜਿਹੜੇ ਪਲਾਨਸ ਉਹਨੇ ਅਪਰੂਵ ਕਰਕੇ ਦਿੱਤੇ ਸੀਗੇ, ਜਿਹੜੀਆਂ ਇੰਸਟਾਲੇਸ਼ਨਸ ਨੇ ਉਹਦੇ ਅਕੋਰਡਿੰਗ ਹੀ ਹੋਈਆਂ ਨੇ। ਜੇ ਉਸ ਹਿਸਾਬ ਨਾਲ ਹੋਈਆਂ ਨੇ ਤਾਂ ਫਿਰ ਉਹ ਇੱਕ NOC ਇਸ਼ੂ ਕਰ ਦੂਗਾ ਫਾਇਰ ਸੇਫਟੀ ਅਤੇ ਮੀਨਸ ਆਫ ਐਸਕੇਪ ਪੁਆਇੰਟ ਆਫ ਵਿਊ ਤੋਂ। 12.2.7 ਦੇ ਵਿੱਚ ਇਹਨਾਂ ਨੇ ਕਿਹਾ ਵੀ ਜੇ ਇਨਸਪੈਕਸ਼ਨ ਦੇ ਦੌਰਾਨ ਕੋਈ ਕਮੀ ਇਹਨਾਂ ਨੂੰ ਮਿਲਦੀ ਆ ਚੀਫ ਫਾਇਰ ਆਫੀਸਰ ਨੂੰ ਤਾਂ ਉਹ ਮਿਊਨਿਸਪਲ ਕਾਰਪੋਰੇਸ਼ਨ ਨਾਲ ਉਹਦੇ ਬਾਰੇ ਗੱਲ ਕਰੂਗਾ ਅਤੇ ਫਿਰ ਉਹਨੂੰ ਰੈਕਟੀਫਾਈ ਕਰਕੇ ਉਹਦੀ ਇੱਕ ਕਾਪੀ ਓਨਰ ਨੂੰ ਭੇਜੂਗਾ। 12.2.8 ਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੋਇਆ ਵੀ ਜਿਹੜਾ ਫਾਇਰ ਕੰਸਲਟੈਂਟ ਆ ਉਹਨੂੰ ਇੱਕ ਅੰਡਰਟੇਕਿੰਗ ਦੇਣੀ ਪਊਗੀ ਬਿਲਡਿੰਗ ਪਲਾਨਸ ਦੇ ਬਾਰੇ, ਜਿਹਦੇ ਵਿੱਚ ਇਹ ਲਿਖਿਆ ਹੋਊਗਾ ਵੀ ਜਿਹੜੇ ਬਿਲਡਿੰਗ ਪਲਾਨਸ ਨੇ ਉਹ ਬਾਇਲਾਅ ਦੇ ਵਿੱਚ ਲਿਖੇ ਹੋਏ ਫਾਇਰ ਸੇਫਟੀ ਅਤੇ ਜਿਹੜੇ ਮੀਨਸ ਆਫ ਐਸਕੇਪ ਨੇ ਉਹਨਾਂ ਦੀਆਂ ਪ੍ਰੋਵੀਜ਼ਨਾਂ ਦੇ ਅਕੋਰਡਿੰਗ ਨੇ। 12.3 ਦੇ ਵਿੱਚ ਇਹਨਾਂ ਨੇ ਇਹ ਕਿਹਾ ਪਬਲਿਕ ਇੰਟਰਟੇਨਮੈਂਟ ਐਂਡ ਅਸੈਂਬਲੀ, ਹਸਪੀਟਲਸ, ਹੋਟੈਲਸ, ਅੰਡਰਗਰਾਊਂਡ ਸ਼ਾਪਿੰਗ ਕੰਪਲੈਕਸ, ਇਹਨਾਂ ਬਿਲਡਿੰਗਾਂ ਦੀ ਜਿਹੜੀ ਫਾਇਰ ਕਲੀਅਰੈਂਸ ਆ ਫਾਇਰ ਕੰਸਲਟੈਂਟ ਦੀ ਅੰਡਰਟੇਕਿੰਗ ਦੇ ਆਧਾਰ ਦੇ ਉੱਤੇ ਜਿਹੜਾ ਫਾਇਰ ਆਫੀਸਰ ਆ ਉਹ ਐਨੂਅਲ ਬੇਸਿਸ ਦੇ ਉੱਤੇ ਰੀਨਿਊ ਕਰਿਆ ਕਰੂਗਾ। ਅੱਗੇ 12.4 ਦੇ ਵਿੱਚ ਇਹਨਾਂ ਨੇ ਫੀਸ ਦੀ ਗੱਲ ਕੀਤੀ ਆ। ਇਹ ਕਹਿੰਦੀ ਜਿਹੜੀ ਫਾਇਰ ਫਾਈਟਿੰਗ ਆਪਰੇਸ਼ਨ ਆ ਅਤੇ ਜਿਹੜੇ ਪਲਾਨ ਵਗੈਰਾ ਨੇ ਉਹਨਾਂ ਨੂੰ ਪਾਸ ਕਰਨ ਦੀ ਜਿਹੜੀ ਫੀਸ ਆ ਉਹ ਮਿਊਨਿਸਪਲ ਕਾਰਪੋਰੇਸ਼ਨ ਨਿਰਧਾਰਿਤ ਕਰੂਗੀ। 12.5 ਦੇ ਵਿੱਚ ਇਹਨਾਂ ਨੇ ਫਾਇਰ ਕੰਸਲਟੈਂਟ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਜਿਹੜਾ ਬੰਦਾ ਬਿਲਡਿੰਗ ਪਲਾਨ ਬਣਾ ਕੇ ਦੇ ਰਿਹਾ ਆ ਉਹ ਬੰਦਾ ਫਾਇਰ ਪ੍ਰੋਟੈਕਸ਼ਨ ਅਤੇ ਫਾਇਰ ਮੇਜਰਸ ਜਿਹੜੇ ਕਿ ਇਸ ਬਿਲਡਿੰਗ ਬਾਇਲਾਅ ਦੇ ਵਿੱਚ ਲਿਖੇ ਹੋਏ ਨੇ ਉਹਨਾਂ ਦੀ ਪ੍ਰੋਵੀਜ਼ਨ ਵਾਸਤੇ ਰਿਸਪੌਂਸੀਬਲ ਹੋਊਗਾ। ਜਿਵੇਂ ਕਿ ਸਟਰਕਚਰ ਅਤੇ ਸੈਨੀਟਰੀ ਵਾਸਤੇ ਅਸੀਂ ਐਕਸਪਰਟ ਬੰਦਿਆਂ ਨੂੰ ਕੰਸਲਟੈਂਟ ਰੱਖ ਸਕਦੇ ਹਾਂ, ਉਵੇਂ ਹੀ ਫਾਇਰ ਵਾਸਤੇ ਵੀ ਅਸੀਂ ਕਿਸੇ ਐਕਸਪਰਟ ਬੰਦੇ ਨੂੰ ਫਾਇਰ ਕੰਸਲਟੈਂਟ ਦੇ ਤੌਰ ਤੇ ਰੱਖ ਸਕਦੇ ਹਾਂ। 12.6 ਦੇ ਵਿੱਚ ਇਹਨਾਂ ਨੇ ਟਰਮੀਨੋਲੋਜੀ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿਹੜੀ ਇਸ ਚੈਪਟਰ ਦੇ ਵਿੱਚ ਟਰਮੀਨੋਲੋਜੀ ਯੂਜ਼ ਕੀਤੀ ਗਈ ਆ ਉਹ ਜਾਂ ਤਾਂ ਜਿਵੇਂ ਕਿ ਇਸ ਬਿਲਡਿੰਗ ਬਾਇਲਾਅ ਦੇ ਵਿੱਚ ਦਿੱਤੀ ਹੋਈ ਆ ਉਸ ਤਰ੍ਹਾਂ ਦੀ ਹੋਊਗੀ ਜਾਂ ਫਿਰ NBC ਦੇ ਵਿੱਚ ਜਿਵੇਂ ਦਿੱਤੀ ਗਈ ਆ ਉਸ ਤਰ੍ਹਾਂ ਦੀ ਹੋਊਗੀ।
ਅੱਗੇ 12.7 ਦੇ ਵਿੱਚ ਇਹਨਾਂ ਨੇ ਇੱਕ ਜਨਰਲ ਗੱਲ ਲਿਖੀ ਆ। ਇਹ ਕਹਿੰਦੇ ਵੀ ਬਿਲਡਿੰਗ ਦੀ ਫਾਇਰ ਸੇਫਟੀ, ਮੀਨਸ ਆਫ ਐਸਕੇਪ, ਹਾਈਟ ਅਤੇ ਹੋਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਫਾਇਰ ਆਫੀਸਰ ਆ ਉਹ ਬਿਲਡਿੰਗ ਬਾਈ ਲਾਅ ਅਤੇ NBC ਦੇ ਵਿੱਚ ਜਿਹੜੀਆਂ ਰਿਕੁਆਇਰਮੈਂਟਸ ਦਿੱਤੀਆਂ ਹੋਈਆਂ ਨੇ ਉਹਨਾਂ ਤੋਂ ਇਲਾਵਾ ਵੀ ਕੁਝ ਹੋਰ ਰਿਕੁਆਇਰਮੈਂਟਸ ਜਾਂ ਕੋਈ ਹੋਰ ਪ੍ਰੋਵੀਜ਼ਨਸ ਬਿਲਡਿੰਗ ਦੇ ਵਿੱਚ ਕਰਨ ਨੂੰ ਸਾਨੂੰ ਕਹਿ ਸਕਦਾ। 12.7.1 ਦੇ ਵਿੱਚ ਇਹਨਾਂ ਨੇ ਫਾਇਰ ਰੈਜ਼ਿਸਟੈਂਸ ਆਫ ਟਾਈਪਸ ਆਫ ਕੰਸਟਰਕਸ਼ਨ ਐਂਡ ਬਿਲਡਿੰਗ ਕੰਪੋਨੈਂਟਸ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿਹੜੀ ਟਾਈਪ ਆਫ ਕੰਸਟਰਕਸ਼ਨ ਆ ਜਾਂ ਫਿਰ ਜਿਹੜੇ ਬਿਲਡਿੰਗ ਕੰਪੋਨੈਂਟ ਅਸੀਂ ਬਿਲਡਿੰਗ ਦੇ ਵਿੱਚ ਯੂਜ਼ ਕਰਨੇ ਨੇ ਉਹਨਾਂ ਦੀ ਫਾਇਰ ਰੈਜ਼ਿਸਟੈਂਸ ਕਿੰਨੀ ਹੋਣੀ ਚਾਹੀਦੀ ਆ। ਇਹ NBC ਦੇ ਵਿੱਚ ਇੱਕ ਟੇਬਲ ਦੇ ਵਿੱਚ ਦਿੱਤਾ ਹੋਇਆ ਆ, ਉੱਥੋਂ ਪੜ੍ਹ ਕੇ ਸਾਨੂੰ ਉਸ ਹਿਸਾਬ ਨਾਲ ਇਹ ਚੂਜ਼ ਕਰਨੇ ਚਾਹੀਦੇ ਨੇ। 12.7.2 ਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੋਇਆ ਵੀ ਮੀਨਸ ਆਫ ਐਕਸੈਸ ਅਤੇ ਪ੍ਰੋਵੀਜ਼ਨਸ ਆਫ ਐਕਸਟੀਰੀਅਰ ਓਪਨ ਸਪੇਸਸ ਅਰਾਊਂਡ ਦਾ ਬਿਲਡਿੰਗ, ਜਿਹੜੀਆਂ ਇਹ ਦੋਨੇ ਚੀਜ਼ਾਂ ਨੇ ਇਹ ਜਿਵੇਂ ਕਿ ਆਪਾਂ ਪਿੱਛੇ ਬਿਲਡਿੰਗ ਬਾਈ ਲਾਅ ਦੇ ਵਿੱਚ ਪੜ੍ਹ ਚੁੱਕੇ ਹਾਂ ਉਹਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ। 12.3.7 ਦੇ ਵਿੱਚ ਇਹਨਾਂ ਨੇ ਐਗਜ਼ਿਟ ਰਿਕੁਆਇਰਮੈਂਟਸ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਟਾਈਪ ਆਫ ਐਗਜ਼ਿਟਸ, ਨੰਬਰ ਆਫ ਸਾਈਜ਼ ਆਫ ਐਗਜ਼ਿਟਸ, ਅਰੇਂਜਮੈਂਟ ਆਫ ਐਗਜ਼ਿਟਸ, ਆਕੂਪੈਂਟ ਲੋਡ, ਕੈਪੈਸਿਟੀ ਆਫ ਐਗਜ਼ਿਟ, ਸਟੇਅਰਕੇਸ ਰਿਕੁਆਇਰਮੈਂਟ, ਮਿਨੀਮਮ ਵਿਡਥ ਪ੍ਰੋਵੀਜ਼ਨ ਫਾਰ ਸਟੇਅਰਵੇਜ਼, ਮਿਨੀਮਮ ਵਿਡਥ ਪ੍ਰੋਵੀਜ਼ਨ ਫਾਰ ਪੈਸੇਜ ਐਂਡ ਕੋਰੀਡੋਰਸ, ਡੋਰਵੇਜ਼, ਸਟੇਅਰਵੇਜ਼। ਇਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਅਸੀਂ NBC ਦੇ ਵਿੱਚੋਂ ਪੜ੍ਹਨਾ। ਅੱਗੇ 12.8 ਦੇ ਵਿੱਚ ਇਹਨਾਂ ਨੇ ਫਾਇਰ ਐਸਕੇਪਸ ਔਰ ਐਕਸਟਰਨਲ ਸਟੇਅਰਕੇਸ ਦੀ ਗੱਲ ਕੀਤੀ ਆ। ਇਹਦੇ A ਪੁਆਇੰਟ ਦੇ ਵਿੱਚ ਇਹਨਾਂ ਨੇ ਇਹ ਲਿਖਿਆ ਹੋਇਆ ਵੀ ਜਦੋਂ ਅਸੀਂ ਬਿਲਡਿੰਗ ਦੇ ਵਿੱਚ ਸਟੇਅਰਕੇਸਾਂ ਬਾਰੇ ਕੈਲਕੂਲੇਸ਼ਨ ਕਰਨੀ ਆ ਤਾਂ ਜਿਹੜੀ ਫਾਇਰ ਐਸਕੇਪ ਵਾਸਤੇ ਸਟੇਅਰਕੇਸ ਆ ਉਹਦੇ ਵਿੱਚ ਨਹੀਂ ਗਿਣੀ ਜਾਊਗੀ। ਜਿੰਨੀਆਂ ਵੀ ਫਾਇਰ ਐਸਕੇਪਸ ਨੇ ਇਹ ਸਾਰੀਆਂ ਡਾਇਰੈਕਟਲੀ ਗਰਾਊਂਡ ਨਾਲ ਕਨੈਕਟਡ ਹੋਣੀਆਂ ਚਾਹੀਦੀਆਂ ਨੇ। ਜਿਹੜੀ ਫਾਇਰ ਐਸਕੇਪ ਆ ਉਹਨੂੰ ਜਿਹੜੀ ਐਂਟਰੈਂਸ ਆ ਉਹ ਇੰਟਰਨਲ ਸਟੇਅਰਕੇਸ ਤੋਂ ਵੱਖਰੀ ਹੋਣੀ ਚਾਹੀਦੀ ਆ ਅਤੇ ਦੂਰ ਹੋਣੀ ਚਾਹੀਦੀ ਆ। D ਦੇ ਵਿੱਚ ਇਹਨਾਂ ਨੇ ਕਿਹਾ ਵੀ ਫਾਇਰ ਐਸਕੇਪ ਨੂੰ ਜਿਹੜਾ ਰੂਟ ਜਾਂਦਾ ਫਾਇਰ ਰੈਜ਼ਿਸਟੈਂਸ ਵਾਲੇ ਦਰਵਾਜ਼ਿਆਂ ਤੋਂ ਇਲਾਵਾ ਉਹਦੇ ਵਿੱਚ ਕੋਈ ਹੋਰ ਅੜਿੱਕਾ ਨਹੀਂ ਹੋਣਾ ਚਾਹੀਦਾ। ਜਿਹੜੀ ਫਾਇਰ ਐਸਕੇਪ ਆ ਉਹ ਨਾਨ ਕੰਬਸ਼ਨੇਬਲ ਮਟੀਰੀਅਲ ਦੀ ਬਣੀ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਅੱਗ ਲੱਗੇ ਤੇ ਜਿਹੜੀ ਫਾਇਰ ਸਟੇਅਰਕੇਸ ਆ ਸਭ ਤੋਂ ਪਹਿਲਾਂ ਉਹੀ ਮੱਚ ਜੇ। ਜਿਹੜੀ ਫਾਇਰ ਸਟੇਅਰਕੇਸ ਆ ਉਹਦੀ ਜਿਹੜੀ ਫਲਾਈਟ ਆ ਉਹਦੀ ਜਿਹੜੀ ਚੜਾਈ ਆ ਉਹ 125 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜਿਹੜਾ ਟਰੈਡ ਆ ਉਹ 25 ਸੈਂਟੀਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਉਹਦਾ ਰਾਈਜ਼ਰ ਆ ਉਹ 19 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜਿਹੜੀਆਂ ਹੈਂਡ ਰੇਲਸ ਨੇ ਉਹ 100 ਸੈਂਟੀਮੀਟਰ ਤੋਂ ਘੱਟ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ। ਲਾਸਟ ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਮਰਚੈਂਟਾਈਲ, ਬਿਜ਼ਨਸ, ਅਸੈਂਬਲੀ ਤੇ ਹੋਟਲ ਬਿਲਡਿੰਗਸ ਨੇ 24 ਮੀਟਰ ਤੋਂ ਉੱਚੀਆਂ ਉਹਨਾਂ ਦੇ ਵਿੱਚ ਸਪੈਸ਼ਲ ਫਾਇਰ ਟਾਵਰ ਸਾਨੂੰ ਬਣਾਉਣਾ ਚਾਹੀਦਾ। ਜਿਹੜਾ ਇਹ ਫਾਇਰ ਟਾਵਰ ਆ ਇਹਦੀ ਜਿਹੜੀ ਚੜਾਈ ਆ ਉਹ ਮੇਨ ਸਟੇਅਰਕੇਸ ਜਿੰਨੀ ਹੋਣੀ ਚਾਹੀਦੀ ਆ ਤੇ ਇਹ ਨਾਨ ਕੰਬਸ਼ਨੇਬਲ ਮਟੀਰੀਅਲ ਤੋਂ ਬਣਿਆ ਹੋਣਾ ਚਾਹੀਦਾ। 12.8.1 ਦੇ ਵਿੱਚ ਇਹਨਾਂ ਨੇ ਸਪਾਇਰਲ ਸਟੇਅਰਕੇਸ ਦੀ ਗੱਲ ਕੀਤੀ ਆ। ਇਹਦੇ A ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ 9 ਮੀਟਰ ਤੋਂ ਘੱਟ ਉੱਚੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਸਪਾਇਰਲ ਸਟੇਅਰਕੇਸ ਯੂਜ਼ ਕੀਤੀ ਜਾ ਸਕਦੀ ਆ। B ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀ ਸਪਾਇਰਲ ਸਟੇਅਰਕੇਸ ਆ ਉਹਦਾ ਜਿਹੜਾ ਡਾਇਆਮੀਟਰ ਆ ਉਹ ਘੱਟੋ ਘੱਟ 150 ਸੈਂਟੀਮੀਟਰ ਹੋਣਾ ਚਾਹੀਦਾ। 12.8.2 ਦੇ ਵਿੱਚ ਇਹਨਾਂ ਨੇ ਸਟੇਅਰਕੇਸ ਐਨਕਲੋਜ਼ਰਸ ਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿਹੜੇ ਸਟੇਅਰਕੇਸ ਐਨਕਲੋਜ਼ਰਸ ਨੇ ਉਹਨਾਂ ਦੀਆਂ ਜਿਹੜੀਆਂ ਦੀਵਾਰਾਂ ਨੇ ਉਹ ਬ੍ਰਿਕ ਦੀਆਂ ਜਾਂ ਫਿਰ RCC ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੀ ਇਹਨਾਂ ਦੀ ਫਾਇਰ ਰੈਜ਼ਿਸਟੈਂਸ ਆ ਉਹ ਘੱਟੋ ਘੱਟ 2 ਘੰਟੇ ਦੀ ਹੋਣੀ ਚਾਹੀਦੀ ਆ। ਜਿਹੜੇ ਇਹਨਾਂ ਨੂੰ ਦਰਵਾਜ਼ੇ ਲਾਉਣੇ ਨੇ ਉਹਨਾਂ ਦੀ ਰੈਜ਼ਿਸਟੈਂਸ ਵੀ ਘੱਟੋ ਘੱਟ 1 ਘੰਟੇ ਦੀ ਹੋਣੀ ਚਾਹੀਦੀ ਆ ਤੇ ਉਹ ਉਧਰ ਨੂੰ ਖੁੱਲ੍ਹਦੇ ਚਾਹੀਦੇ ਨੇ ਜਿੱਧਰ ਨੂੰ ਲੋਕਾਂ ਨੇ ਭੱਜ ਕੇ ਨਿਕਲਣਾ। ਜਿਹੜੇ ਦਰਵਾਜ਼ੇ ਨੇ ਇਹਨਾਂ ਨੂੰ ਡੋਰ ਕਲੋਵਰ ਵੀ ਲੱਗੇ ਹੋਣੇ ਚਾਹੀਦੇ ਨੇ। B ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੇ ਸਟੇਅਰਕੇਸ ਐਨਕਲੋਜ਼ਰਸ ਨੇ ਇਹ ਹਰੇਕ ਲੈਂਡਿੰਗ ਦੇ ਉੱਪਰ ਐਟਮੋਸਫੀਅਰ ਦੀ ਤਰਫ ਨੂੰ ਵੈਂਟੀਲੇਟਡ ਹੋਣੇ ਚਾਹੀਦੇ ਨੇ। C ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜਾ ਟੌਪ ਆ ਉੱਥੇ ਇੱਕ ਪਰਮਾਨੈਂਟ ਵੈਂਟ ਹੋਣੀ ਚਾਹੀਦੀ ਆ ਜਿਹਦਾ ਏਰੀਆ ਸਟੇਅਰ ਦੇ ਕ੍ਰਾਸ ਸੈਕਸ਼ਨ ਏਰੀਆ ਦੇ 5% ਦੇ ਬਰਾਬਰ ਹੋਵੇ ਅਤੇ ਹਰੇਕ ਫਲੋਰ ਦੇ ਲੈਵਲ ਦੇ ਉੱਪਰ ਓਪਨੇਬਲ ਫੈਸ਼ਸ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਜਿਹੜਾ ਏਰੀਆ ਉਹ ਸਟੇਅਰ ਦੇ ਕ੍ਰਾਸ ਸੈਕਸ਼ਨ ਏਰੀਆ ਦੇ ਲਗਭਗ 1 ਤੋਂ 15% ਦੇ ਬਰਾਬਰ ਹੋਵੇ। ਜਿਹੜੀ ਸਟੇਅਰਕੇਸ ਸ਼ਾਫਟ ਆ ਇਹਦੀ ਜਿਹੜੀ ਰੂਫ ਆ ਉਹ ਬਾਕੀ ਦੀ ਜਿਹੜੀ ਰੂਫ ਆ ਉਹਦੇ ਨਾਲੋਂ 1 ਮੀਟਰ ਉੱਚੀ ਹੋਣੀ ਚਾਹੀਦੀ ਆ ਤੇ ਜਿਹੜੀ ਇੰਟਰਨਲ ਕਲੋਵਿੰਗ ਵਾਲ ਆ ਉਹਦੇ ਵਿੱਚ ਕੋਈ ਵੀ ਗਲੇਵਿੰਗ ਜਾਂ ਫਿਰ ਗਲਾਸ ਬ੍ਰਿਕਸ ਨੂੰ ਯੂਜ਼ ਨਹੀਂ ਕਰਨੀਆਂ ਚਾਹੀਦੀਆਂ। ਜੇ ਸਟੇਅਰਕੇਸ ਬਿਲਡਿੰਗ ਦੀ ਕੋਰ ਦੇ ਵਿੱਚ ਤੇ ਉੱਥੇ ਵੈਂਟੀਲੇਸ਼ਨ ਨਹੀਂ ਦਿੱਤੀ ਜਾ ਸਕਦੀ ਫਿਰ ਉੱਥੇ ਇਲੈਕਟ੍ਰੀਕਲ ਬਲੋਅਰ ਵਗੈਰਾ ਮੇਨਟੇਨ ਕਰਨਾ ਚਾਹੀਦਾ ਹੈ। ਜਿਹੜੀ ਸਟੇਅਰਕੇਸ ਸ਼ਾਫਟ ਆ ਉਹਦੀ ਜਿਹੜੀ ਪ੍ਰੈਸ਼ਰਾਈਜੇਸ਼ਨ ਆ ਉਹ ਇਸ ਤਰ੍ਹਾਂ ਨਾਲ ਇੰਸਟਾਲ ਕਰਨਾ ਚਾਹੀਦਾ ਵੀ ਜਦੋਂ ਫਾਇਰ ਅਲਾਰਮ ਸਿਸਟਮ ਜਾਂ ਸਪ੍ਰਿੰਕਲਰ ਸਿਸਟਮ ਚੱਲੇ ਉਹਦੇ ਨਾਲ ਹੀ ਚੱਲ ਪਵੇ ਅਤੇ ਉਹਨੂੰ ਮੈਨੂਅਲੀ ਵੀ ਚਲਾਇਆ ਜਾ ਸਕੇ। 12.8.3 ਦੇ ਵਿੱਚ ਇਹਨਾਂ ਨੇ ਰੈਂਪਸ ਦੀ ਗੱਲ ਕੀਤੀ ਆ। ਇਹਦੇ A ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਵੇਂ ਕਿ ਅਸੀਂ ਉੱਪਰ ਸਟੇਅਰਕੇਸ ਦੀ ਗੱਲ ਕਰ ਚੁੱਕੇ ਹਾਂ ਉਹਨਾਂ ਸਟੇਅਰਕੇਸ ਦੀ ਜਗ੍ਹਾ ਦੇ ਉੱਤੇ ਅਸੀਂ ਰੈਂਪ ਵੀ ਦੇ ਸਕਦੇ ਹਾਂ ਤੇ ਜਿਹੜੀਆਂ
ਰਿਕੁਆਇਰਮੈਂਟਸ ਸਟੇਅਰਕੇਸ ਦੀਆਂ ਨੇ ਉਹੀ ਰੈਂਪਸ ਦੀਆਂ ਹੋਣਗੀਆਂ। ਪਰ ਜਿਹੜਾ ਰੈਂਪ ਆ ਇਹਦੀ ਜਿਹੜੀ ਸਲੋਪ ਆ ਇਹ 1:10 ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਿਸੇ ਸਪੈਸ਼ਲ ਜਗ੍ਹਾ ਦੇ ਉੱਪਰ ਇਹ ਤੋਂ ਘਟਾਈ ਜਾ ਸਕਦੀ ਆ, ਪਰ ਫਿਰ ਵੀ 1:8 ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਿੱਥੇ 1:10 ਤੋਂ ਵੱਧ ਦੀ ਸਲੋਪ ਹੋਵੇ ਉਸ ਜਗ੍ਹਾ ਦੇ ਉੱਤੇ ਨਾਨ ਸਲਿਪਰੀ ਮਟੀਰੀਅਲ ਵਰਤਣਾ ਚਾਹੀਦਾ। ਬੀ ਦੇ ਵਿੱਚ ਇਹਨਾਂ ਨੇ ਕਿਹਾ ਵੀ ਹਸਪੀਟਲਸ ਦੇ ਵਿੱਚ ਜਿਹੜੇ ਰੈਂਪ ਨੇ ਉਹਨਾਂ ਦੀ ਘੱਟੋ ਘੱਟ ਚੌੜਾਈ 2.4 ਮੀਟਰ ਹੋਣੀ ਚਾਹੀਦੀ ਆ, ਅਤੇ ਜਿਹੜੀਆਂ ਬੇਸਮੈਂਟਾਂ ਦੇ ਵਿੱਚ ਕਾਰ ਪਾਰਕਿੰਗ ਆ ਉੱਥੇ ਜਿਹੜੀ ਘੱਟੋ ਘੱਟ ਚੌੜਾਈ ਆ ਉਹ 6 ਮੀਟਰ ਹੋਣੀ ਚਾਹੀਦੀ ਆ। ਰੈਂਪ ਦੇ ਦੋਨਾਂ ਪਾਸਿਆਂ ਤੇ ਹੈਂਡ ਰੇਲ ਪ੍ਰੋਵਾਈਡ ਕਰਨੀ ਚਾਹੀਦੀ ਆ। ਜਿਹੜੇ ਰੈਂਪ ਨੇ ਇਹ ਗਰਾਊਂਡ ਲੈਵਲ ਦੇ ਉੱਪਰ ਓਪਨ ਸਪੇਸ ਜਾਂ ਫਿਰ ਕੋਰਟਯਾਰਡ ਦੇ ਕਿਸੇ ਸੇਫ ਸਪੇਸ ਦੇ ਵਿੱਚ ਖੁੱਲਣੇ ਚਾਹੀਦੇ ਨੇ। 24 ਮੀਟਰ ਤੋਂ ਜਿਹੜੀਆਂ ਉੱਚੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਫਲੋਰ ਤੋਂ ਜਦੋਂ ਅਸੀਂ ਰੈਂਪ ਦੇ ਉੱਤੇ ਐਂਟਰ ਕਰਨਾ ਆ ਤਾਂ ਉੱਥੇ ਇੱਕ ਸਮੋਕ ਫਾਇਰ ਚੈੱਕ ਡੋਰ ਹੋਣਾ ਚਾਹੀਦਾ। 300 ਸਕੁਅਰ ਮੀਟਰ ਤੋਂ ਵੱਡੇ ਜਿਹੜੇ ਨਰਸਿੰਗ ਹੋਮ ਤੇ ਹਸਪੀਟਲਸ ਨੇ ਉਹਨਾਂ ਦੇ ਹਰੇਕ ਫਲੋਰ ਤੋਂ ਰੈਂਪ ਦੇ ਦੁਆਰਾ ਐਗਜ਼ਿਟ ਦੀ ਫੈਸਿਲਿਟੀ ਹੋਣੀ ਚਾਹੀਦੀ ਆ, ਤੇ ਜਿਹੜਾ ਇਹ ਰੈਂਪ ਆ ਇਹ 2.4 ਮੀਟਰ ਤੋਂ ਘੱਟ ਚੌੜਾ ਨਹੀਂ ਹੋਣਾ ਚਾਹੀਦਾ। ਦੋਸਤੋ, ਰੈਂਪਸ ਦੇ ਬਾਰੇ ਇਹਨਾਂ ਰਿਕੁਆਇਰਮੈਂਟਸ ਤੋਂ ਇਲਾਵਾ ਜਿਹੜੀ 2020 ਵਾਲੀ ਰਿਕੁਆਇਰਮੈਂਟ ਆ ਉਹਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਸਾਨੂੰ ਉਹ ਵੀ ਦੇਖਣਾ ਚਾਹੀਦਾ, ਅਤੇ 4.23 ਕਲੌਜ਼ ਆ ਜਿਹੜਾ ਉਹਦੇ ਵਿੱਚ ਰੈਂਪਸ ਦੇ ਉੱਪਰ ਚੰਗੀ ਤਰ੍ਹਾਂ ਨਾਲ ਚਰਚਾ ਕੀਤੀ ਗਈ ਆ, ਉਹ ਵੀ ਸਾਨੂੰ ਇੱਕ ਵਾਰ ਜ਼ਰੂਰ ਦੇਖ ਲੈਣੀ ਚਾਹੀਦੀ ਆ। ਅੱਗੇ 12.9 ਦੇ ਵਿੱਚ ਇਹਨਾਂ ਨੇ ਪ੍ਰੋਵੀਜ਼ਨਸ ਫॉर ਲਿਫਟਸ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ 15 ਮੀਟਰ ਜਾਂ ਉਸ ਤੋਂ ਉੱਚੀਆਂ ਜਿੰਨੀਆਂ ਵੀ ਮਲਟੀ ਸਟੋਰੀਡ ਇਮਾਰਤਾਂ ਨੇ ਉਹਨਾਂ ਦੇ ਵਿੱਚ ਲਿਫਟ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਆ। ਜਿਹੜੀ ਲਿਫਟ ਆ 24 ਘੰਟੇ ਐਕਸੈਸਿਬਲ ਹੋਣੀ ਚਾਹੀਦੀ ਆ, ਤੇ ਇਹਨੂੰ ਐਮਰਜੈਂਸੀ ਦੇ ਵਿੱਚ ਮੀਨ ਆਫ ਐਸਕੇਪ ਦੇ ਤੌਰ ਤੇ ਨਹੀਂ ਵਰਤਿਆ ਜਾਣਾ ਚਾਹੀਦਾ। ਗਰਾਊਂਡ ਫਲੋਰ ਦੇ ਉੱਤੇ ਇੱਕ ਸੁੱਚ ਲੱਗੀ ਹੋਣੀ ਚਾਹੀਦੀ ਆ ਜਿਹਦੇ ਦੁਆਰਾ ਐਮਰਜੈਂਸੀ ਦੇ ਮੌਕੇ ਤੇ ਜਿਹੜੀ ਲਿਫਟ ਆ ਉਹਨੂੰ ਗਰਾਊਂਡ ਕੀਤਾ ਜਾ ਸਕੇ। ਜਿਹੜਾ ਲਿਫਟ ਦਾ ਮਸ਼ੀਨ ਰੂਮ ਆ ਉਹਦੇ ਵਿੱਚ ਲਿਫਟ ਤੋਂ ਇਲਾਵਾ ਹੋਰ ਕੋਈ ਵੀ ਮਸ਼ੀਨਰੀ ਇੰਸਟਾਲ ਨਹੀਂ ਹੋਣੀ ਚਾਹੀਦੀ। 12.9.1 ਦੇ ਵਿੱਚ ਇਹਨਾਂ ਨੇ ਲਿਫਟ ਐਨਕਲੋਜ਼ਰ ਤੇ ਲਿਫਟ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਜਰਨਲ ਰਿਕੁਆਇਰਮੈਂਟਸ ਬਾਰੇ ਗੱਲ ਕੀਤੀ ਆ। ਇਹਦੇ ਏ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਲਿਫਟ ਐਨਕਲੋਜ਼ਰ ਦੀਆਂ ਦੀਵਾਰਾਂ ਨੇ ਉਹਨਾਂ ਦੀ ਜਿਹੜੀ ਫਾਇਰ ਰੇਟਿੰਗ ਆ ਉਹ ਘੱਟੋ ਘੱਟ 2 ਘੰਟੇ ਦੀ ਹੋਣੀ ਚਾਹੀਦੀ ਆ, ਤੇ ਇਹਦੇ ਟੌਪ ਦੇ ਉੱਪਰ 0.2 ਸਕੁਅਰ ਮੀਟਰ ਦੀ ਵੈਂਟ ਜ਼ਰੂਰ ਹੋਣੀ ਚਾਹੀਦੀ ਆ। ਜਿਹੜਾ ਲਿਫਟ ਦਾ ਮੋਟਰ ਰੂਮ ਆ ਉਹ ਜਿਹੜੀ ਉਹਦੀ ਸ਼ਾਫਟ ਆ ਉਹਦੇ ਨਾਲੋਂ ਫਲੋਰ ਦੇ ਨਾਲ ਸੈਪਰੇਟ ਕੀਤਾ ਜਾਣਾ ਚਾਹੀਦਾ। ਜਿਹੜਾ ਲੈਂਡਿੰਗ ਡੋਰ ਆ ਉਹਦੀ ਜਿਹੜੀ ਫਾਇਰ ਰੇਟਿੰਗ ਆ ਉਹ ਘੱਟੋ ਘੱਟ 1 ਘੰਟੇ ਦੀ ਹੋਣੀ ਚਾਹੀਦੀ ਆ। ਇੱਕ ਲਿਫਟ ਬੈਂਕ ਦੇ ਵਿੱਚ 4 ਤੋਂ ਵੱਧ ਲਿਫਟਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਉਹਨਾਂ ਦੀਆਂ ਜਿਹੜੀਆਂ ਸ਼ਾਫਟਸ ਨੇ ਉਹਨਾਂ ਦੀ ਜਿਹੜੀ ਦੀਵਾਰਾਂ ਨੇ ਉਹਨਾਂ ਦੀ ਜਿਹੜੀ ਫਾਇਰ ਰੇਟਿੰਗ ਆ ਉਹ ਘੱਟੋ ਘੱਟ 2 ਘੰਟੇ ਦੀ ਹੋਣੀ ਚਾਹੀਦੀ ਆ। ਜਿਹੜਾ ਲਿਫਟ ਕਾਰ ਡੋਰ ਆ ਉਹਦੀ ਫਾਇਰ ਰੈਜ਼ਿਸਟੈਂਸ ਵੀ ਘੱਟੋ ਘੱਟ 1 ਘੰਟੇ ਦੀ ਹੋਣੀ ਚਾਹੀਦੀ ਆ। ਐਫ ਦੇ ਵਿੱਚ ਇਹਨਾਂ ਨੇ ਲਿਖਿਆ ਵੀ 15 ਮੀਟਰ ਜਾਂ ਉਸ ਤੋਂ ਜਿਹੜੀਆਂ ਉੱਚੀਆਂ ਇਮਾਰਤਾਂ ਨੇ ਉਹਨਾਂ ਦੇ ਵਿੱਚ ਕੋਲੈਪਸੀਬਲ ਗੇਟ ਨਹੀਂ ਲਾਉਣੇ, ਸੋਲਿਡ ਗੇਟ ਲਾਉਣੇ ਨੇ ਜਿਨ੍ਹਾਂ ਦੀ ਜਿਹੜੀ ਫਾਇਰ ਰੈਜ਼ਿਸਟੈਂਸ ਆ ਉਹ ਘੱਟੋ ਘੱਟ 1 ਘੰਟੇ ਦੀ ਹੋਵੇ। ਜੇ ਜਿਹੜੀ ਫਲੋਬੀ ਆ ਉਹ ਬਿਲਡਿੰਗ ਦੇ ਕੋਰ ਦੇ ਵਿੱਚ ਆ ਤਾਂ ਫਲੋਬੀ ਦੇ ਵਿੱਚ 25 ਤੋਂ 30 PA ਦਾ ਪੋਜ਼ਿਟਿਵ ਪ੍ਰੈਸ਼ਰ ਅਤੇ ਫਾਇਰ ਸ਼ਾਫਟ ਦੇ ਵਿੱਚ 50 PA ਦਾ ਪੋਜ਼ਿਟਿਵ ਪ੍ਰੈਸ਼ਰ ਮੇਨਟੇਨ ਕਰਨਾ ਚਾਹੀਦਾ। ਤੇ ਜਿਹੜਾ ਇਹ ਸਿਸਟਮ ਆ ਇਹ ਆਪਣੇ ਆਪ ਫਾਇਰ ਅਲਾਰਮ ਜਾਂ ਫਿਰ ਸਪ੍ਰਿੰਕਲਰ ਸਿਸਟਮ ਦੇ ਨਾਲ ਚੱਲ ਪਵੇ ਤੇ ਇਹਨੂੰ ਮਕੈਨੀਕਲੀ ਚਲਾਉਣਾ ਵੀ ਪੋਸੀਬਲ ਹੋਵੇ। ਫਾਇਰ ਲੌਬੀ ਦੇ ਵਿੱਚੋਂ ਜਿਹੜੀ ਐਗਜ਼ਿਟ ਆ ਉਹ 1 ਘੰਟੇ ਦੀ ਫਾਇਰ ਰੈਜ਼ਿਸਟੈਂਸ ਵਾਲੇ ਫਾਇਰ ਸਮੋਕ ਚੈੱਕ ਡੋਰ ਦੇ ਥਰੂ ਹੋਣੀ ਚਾਹੀਦੀ ਆ। ਜਿਹੜੀ ਲਿਫਟ ਆ ਉਹ ਬੇਸਮੈਂਟ 'ਚ ਨਹੀਂ ਜਾਣੀ ਚਾਹੀਦੀ। ਜੇ ਬੇਸਮੈਂਟ 'ਚ ਜਾਂਦੀ ਹੋਵੇ ਤਾਂ ਉੱਥੇ ਜਿਹੜੀ ਲੌਬੀ ਆ ਉਹਦੇ ਵਿੱਚ ਉੱਪਰ ਲਿਖੇ ਦੇ ਅਨੁਸਾਰ ਪ੍ਰੈਸ਼ਰ ਮੇਨਟੇਨ ਕਰਨਾ ਚਾਹੀਦਾ ਤੇ ਉੱਥੇ ਸੈਲਫ ਕਲੋਜ਼ਿੰਗ ਡੋਰ ਲੱਗਿਆ ਹੋਣਾ ਚਾਹੀਦਾ। ਫਿਰ ਇਹਨਾਂ ਨੇ ਉਹੀ ਗੱਲ ਰਿਪੀਟ ਕੀਤੀ ਹੋਈ ਆ ਵੀ ਗਰਾਊਂਡ ਫਲੋਰ ਦੇ ਉੱਤੇ ਗਰਾਊਂਡਿੰਗ ਸਵਿਚ ਹੋਣੀ ਚਾਹੀਦੀ ਆ ਤਾਂ ਕਿ ਜਿਹੜੀ ਫਾਇਰ ਸਰਵਿਸ ਆ ਉਹ ਆ ਕੇ ਲਿਫਟ ਨੂੰ ਗਰਾਊਂਡ ਕਰ ਸਕੇ। ਜਿਹੜੀ ਲਿਫਟ ਆ ਉਹਦੇ ਵਿੱਚ ਟਾਕ ਬੈਕ ਜਾਂ ਫਿਰ ਟੈਲੀਫੋਨ ਕਮਿਊਨੀਕੇਸ਼ਨ ਫੈਸਿਲਿਟੀ ਹੋਣੀ ਚਾਹੀਦੀ ਆ, ਤੇ ਇਹ ਫੈਸਿਲਿਟੀ ਫਾਇਰ ਕੰਟਰੋਲ ਸੈਂਟਰ ਆ ਜਿਹੜਾ ਬਿਲਡਿੰਗ ਦਾ ਉਹਦੇ ਨਾਲ ਕਨੈਕਟਡ ਹੋਣੀ ਚਾਹੀਦੀ ਆ। ਸਲੋਪ ਵਗੈਰਾ ਵਰਗੀਆਂ ਸੁਟੇਬਲ ਅਰੇਂਜਮੈਂਟਸ ਵੀ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਫਾਇਰ ਫਾਈਟਿੰਗ ਸਮੇਂ ਜਿਹੜਾ ਪਾਣੀ ਆ ਉਹ ਲਿਫਟ ਦੀ ਸ਼ਾਫਟ ਦੇ ਵਿੱਚ ਨਾ ਚਲਿਆ ਜਾਵੇ। ਅੱਗੇ ਇਹਨਾਂ ਨੇ ਲਿਖਿਆ ਵੀ ਹਰੇਕ ਲਿਫਟ ਲੌਬੀ ਦੇ ਵਿੱਚ ਇਹ ਲਿਖਿਆ ਹੋਣਾ ਚਾਹੀਦਾ ਵੀ ਐਮਰਜੈਂਸੀ ਦੇ ਸਮੇਂ ਪੌੜੀਆਂ ਨੂੰ ਵਰਤੋ, ਲਿਫਟ ਨੂੰ ਨਾ ਵਰਤੋ, ਅਤੇ ਹਰੇਕ ਜਿਹੜਾ ਫਲੋਰ ਆ ਉਹਦਾ ਸਾਈਨ ਵੀ ਲਿਫਟ ਖੁੱਲਦੇ ਸਾਰ ਸਾਹਮਣੇ ਲੱਗਿਆ ਹੋਣਾ ਚਾਹੀਦਾ। ਉੱਥੇ ਇੱਕ ਫਲੋਰ ਪਲਾਨ ਵੀ ਲੱਗਿਆ ਹੋਣਾ ਚਾਹੀਦਾ ਜਿਹੜਾ ਕਿ ਸਟੇਅਰਵੇਸ ਦੀ ਲੋਕੇਸ਼ਨ ਨੂੰ ਸ਼ੋ ਕਰੇ। ਲਾਸਟ ਪੁਆਇੰਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਲਿਫਟ ਨੂੰ ਅਲਟਰਨੇਟਿਵ ਪਾਵਰ ਸਪਲਾਈ ਵੀ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ। 12.9.2 ਦੇ ਵਿੱਚ ਇਹਨਾਂ ਨੇ ਫਾਇਰ ਲਿਫਟ ਦੀ ਗੱਲ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੇ ਫਾਇਰ ਸਰਵਿਸ ਪਰਸਨਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਪਰਲੇ ਫਲੋਰਾਂ ਵਿੱਚ ਪਹੁੰਚਾਉਣ ਦੇ ਲਈ ਇੱਕ ਸਪੈਸ਼ਲ ਫਾਇਰ ਲਿਫਟ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਆ ਜਿਹੜੀ ਹਰੇਕ ਫਲੋਰ ਦੇ ਉੱਪਰ ਖੁੱਲਦੀ ਹੋਵੇ ਤੇ ਉਹ ਸਿਰਫ ਫਾਇਰਮੈਨ ਦੇ ਦੁਆਰਾ ਹੀ ਵਰਤੀ ਜਾਵੇ। ਜਿਹੜੀ ਲਿਫਟ ਆ ਇਹਦਾ ਜਿਹੜਾ ਫਲੋਰ ਏਰੀਆ ਉਹ 1.4 ਸਕੁਅਰ ਮੀਟਰ ਤੋਂ ਘੱਟ ਨਾ ਹੋਵੇ ਤੇ ਜਿਹੜੀ ਇਹਦੀ ਕਪੈਸਿਟੀ ਆ ਉਹ 545 ਕਿਲੋ ਜਾਣੀ ਕਿ 8 ਬੰਦਿਆਂ ਵਾਸਤੇ ਹੋਣੀ ਚਾਹੀਦੀ ਆ ਤੇ ਇਹਦੇ ਮੂਹਰੇ ਆਟੋਮੈਟਿਕ ਕਲੋਜ਼ਿੰਗ ਡੋਰ ਲੱਗਿਆ ਹੋਣਾ ਚਾਹੀਦਾ। ਇਸ ਲਿਫਟ ਦੀ ਜਿਹੜੀ ਇਲੈਕਟ੍ਰੀਕਲ ਸਪਲਾਈ ਆ ਉਹ ਮੇਨ ਸਪਲਾਈ ਨਾਲੋਂ ਵੱਖਰੀ ਹੋਣੀ ਚਾਹੀਦੀ ਆ ਤੇ ਉਹਦੀਆਂ ਜਿਹੜੀਆਂ ਤਾਰਾਂ ਨੇ ਉਹ ਸੇਫ ਰੂਟ ਦੇ ਥਰੂ ਲੰਘ ਕੇ ਆਉਣੀਆਂ ਚਾਹੀਦੀਆਂ ਨੇ। ਜੇ ਲਿਫਟ ਦੇ ਵਿੱਚ ਸਟੀਲ ਸ਼ੀਟ ਲੱਗੀ ਹੋਵੇ ਜਾਂ ਫਿਰ ਵੁਡਨ ਪੈਨਲਿੰਗ ਹੋਈ ਹੋਵੇ ਤਾਂ ਉੱਥੇ ਜਿਹੜੀਆਂ ਲਾਈਟਾਂ ਜਾਂ ਪੱਖੇ ਨੇ ਉਹ 24 ਵੋਲਟ ਸਪਲਾਈ ਨਾਲ ਆਪਰੇਟ ਹੋਣ ਵਾਲੇ ਹੋਣੇ ਚਾਹੀਦੇ ਨੇ। ਜੇ ਨਾਰਮਲ ਇਲੈਕਟ੍ਰੀਕਲ ਸਪਲਾਈ ਜਿਹੜੀ ਆ ਉਹ ਫੇਲ ਹੋ ਜਾਵੇ ਤਾਂ ਜਿਹੜੀ ਇਹ ਲਿਫਟ ਆ ਇਹ ਆਟੋਮੈਟਿਕਲੀ ਅਲਟਰਨੇਟਿਵ ਸਪਲਾਈ ਦੇ ਉੱਤੇ ਸਵਿਚ ਹੋ ਜਾਣੀ ਚਾਹੀਦੀ ਆ। ਅਪਾਰਟਮੈਂਟ ਹਾਊਸਸ ਦੇ ਵਿੱਚ ਚੇਂਜ ਓਵਰ ਲਾ ਸਕਦੇ ਆ ਆਪਾਂ ਜਿਹਨੂੰ ਮੈਨੂਅਲੀ ਆਪਰੇਟ ਕੀਤਾ ਜਾ ਸਕੇ, ਜਾਂ ਫਿਰ ਜਿਹੜੀ ਲਿਫਟ ਆ ਉਹ ਇਸ ਤਰੀਕੇ ਦੇ
ਨਾਲ ਹੋਵੇ ਕਿ ਜਦੋਂ ਪਾਵਰ ਫੇਲਿਅਰ ਹੋ ਜਾਵੇ ਤਾਂ ਲਿਫਟ ਆਟੋਮੈਟਿਕਲੀ ਗਰਾਊਂਡ ਫਲੋਰ ਤੇ ਆ ਜਾਵੇ ਤੇ ਇਹਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲ ਜਾਣ। ਇਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਜਿਹੜੀ ਫਾਇਰ ਲਿਫਟ ਆ ਉਹਦਾ ਜਿਹੜਾ ਆਪਰੇਸ਼ਨ ਆ ਉਹ ਸਿੰਗਲ ਟੌਂਗਲ 2 ਬਟਨ ਸਵਿਚ ਦੇ ਦੁਆਰਾ ਹੋਣਾ ਚਾਹੀਦਾ, ਜਿਹੜੀ ਕਿ ਗਲਾਸ ਫਰੰਟਡ ਬਾਕਸ ਦੇ ਵਿੱਚ ਲੱਗੀ ਹੋਵੇ ਲਿਫਟ ਦੀ ਐਂਟਰੈਂਸ ਦੇ ਉੱਪਰ, ਤੇ ਜਿਹੜੀ ਲੈਂਡਿੰਗ ਦੇ ਉੱਪਰ ਜਿਹੜੀ ਸਵਿਚ ਲੱਗੀ ਹੋਈ ਆ ਇਹ ਇਨਆਪਰੇਟਿਵ ਹੋ ਜਾਣੀ ਚਾਹੀਦੀ ਆ ਜਦੋਂ ਲਿਫਟ ਲੈਂਡਿੰਗ ਦੇ ਉੱਪਰ ਹੋਵੇ। ਜੇ ਲੈਂਡਿੰਗ ਦੇ ਉੱਪਰ ਲੱਗੀ ਹੋਈ ਸਵਿਚ ਇਨਆਪਰੇਟਿਵ ਹੋ ਜਾਵੇ ਤਾਂ ਜਿਹੜੀ ਲਿਫਟ ਆ ਉਹ ਪ੍ਰਾਇੋਰਟੀ ਕੰਟਰੋਲ ਡਿਵਾਈਸ ਦੇ ਦੁਆਰਾ ਕੰਟਰੋਲ ਹੋਣੀ ਚਾਹੀਦੀ ਆ। ਨਾਰਮਲ ਸਮਿਆਂ ਦੇ ਵਿੱਚ ਜਦੋਂ ਸਵਿਚ ਆਫ ਕੀਤੀ ਹੋਈ ਹੋਵੇ ਤਾਂ ਜਿਹੜੀ ਲਿਫਟ ਆ ਉਹ ਨਾਰਮਲ ਵਰਕਿੰਗ ਦੇ ਉੱਤੇ ਚਲੀ ਜਾਣੀ ਚਾਹੀਦੀ ਆ ਤਾਂ ਕਿ ਉਹ ਨਾਰਮਲ ਲੋਕਾਂ ਦੁਆਰਾ ਵਰਤੀ ਜਾ ਸਕੇ। ਜਿਹੜੀ ਫਾਇਰ ਲਿਫਟ ਆ ਉਹਦੇ ਜਿਹੜੇ ਫਾਇਰ ਲੈਂਡਿੰਗ ਡੋਰਸ ਨੇ ਹਰੇਕ ਫਲੋਰ ਦੇ ਉੱਪਰ ਉਹਨਾਂ ਦੇ ਉੱਪਰ ਫਾਇਰ ਲਿਫਟ ਲਿਖਿਆ ਹੋਣਾ ਚਾਹੀਦਾ ਫਲੋਰੋਸੈਂਟ ਅੱਖਰਾਂ ਦੇ ਵਿੱਚ। ਜਿਹੜੀ ਫਾਇਰ ਲਿਫਟ ਆ ਉਹਦੀ ਸਪੀਡ ਇੰਨੀ ਹੋਣੀ ਚਾਹੀਦੀ ਆ ਕਿ ਉਹ ਗਰਾਊਂਡ ਤੋਂ ਟਾਪ ਫਲੋਰ ਦੇ ਉੱਪਰ 1 ਮਿੰਟ ਦੇ ਵਿੱਚ ਪਹੁੰਚ ਜਾਵੇ। ਲਓ ਵੀ ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਫਿਰ ਕਰ ਦਿਓ ਇਹਨੂੰ ਲਾਈਕ, ਨਾਲੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਨਾਲ ਸੰਬੰਧਿਤ ਕੋਈ ਤਕਨੀਕੀ ਗੱਲਾਂ ਕਰ ਸਕੀਏ ਪੰਜਾਬੀ ਦੇ ਵਿੱਚ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੈ ਹਿੰਦ।